बिस्मिल्लाहिर्रहमानिर्रहीम, अस्सलाम वालेकुम। मैं हूं उस्मान खिची। इस वीडियो में मैंने आपको इन्फॉर्मेशन देनी है कि अगर आप देसी मुर्गियां रखते हैं तो उसका क्या कुछ फ़ायदा है, उसमें अर्निंग कितनी का है, उसको रख कैसे सकते हैं। क्योंकि हमने एक वीडियो बनाई लेयर फार्मिंग की, तो वो मेरे दोस्त हैं बहुत ज़्यादा, उन्होंने ये कहा कि जी मुझसे बहुत सारे दोस्तों ने ये पूछा है कि जी अगर थोड़ी सी रखनी हो तो फिर कैसे रख सकते हैं। तो अंसर भाई हमारे साथ मौजूद हैं, आपने इनकी वीडियोज़ मेरी देखी हैं मेरे साथ। इन्होंने माशाल्लाह एक बहुत अच्छा जो है मीट फार्म बनाया हुआ है, उसके साथ साथ इनका एक अपना वैसे शौक़ भी है और छोटा सा इन्होंने सेटअप बनाया देसी मुर्गियों का। तो मैंने इनसे रिक्वेस्ट की है कि आप हमारे दोस्तों को ये बताएं कि इसका क्या ख़र्चा है और कितने पैसे होते हैं तो ये रख सकते हैं और इनका फ़ायदा क्या है, क्या कुछ इसमें से आपको मिलता है। तो हम आज इनसे इन्फॉर्मेशन लेंगे कि आप अगर ये थोड़ी सी देसी मुर्गियाँ रखते हैं तो उसका क्या कुछ फ़ायदा है और कैसे आप रख सकते हैं। अंसर भाई जी जी बहुत शुक्रिया तुसा अपना टाइम दिता। जी जी ये दसो भाई देसी मुर्गियां ये छोटे जे कमरे च कितनियां काइयां। ये भाई जिन कमरा सी छोटा जिहा हाँ हाँ असां ओहदे मुताबिक ही तादाद जिहड़ी ना 150 हाँ हाँ लिया करके छोटे छोटे बच्चे अच्छा ਉਹ ਲਿਆ ਕੇ ਪਾਲੇ ਅਗੂ हाँ हाँ ਪਾਲ ਕੇ ਤੇ ਇਹਨਾਂ ਕੋਲੋਂ ਅਸੀਂ ਦੇਸੀ ਅੰਡੇ ਵੀ ਲਏ ਨੇ हाँ हाँ ਤੇ ਦੇਸੀ ਗੋਸ਼ਤ ਵੀ ਲਿਆ अच्छा ਸਰਦੀਆਂ ਦੇ ਵਿੱਚ अंदर वे चलते हैं पहले दसो भाई जेड़ा ये कमरा पहले ही बने हुआ सी ਜੀ ਕਮਰਾ ਇਹ ਪਹਿਲੇ ਕਮਰਾ ਬਣਿਆ ਸੀ ਪਹਿਲੇ अच्छा पहले ही है इथे विंडो होनी उस ਇੱਥੇ ਵਿੰਡੋ ਸੀ ਨਾ ਇਹ ਬਣਵਾਉਣਾ ਸੀ ਬਰਚੀ ਖਾਨਾ अच्छा ਜੀ ए उसदा रैक वगैरह ਹਾਂਜੀ ਹਾਂਜੀ ਬਰਚੀ ਖਾਨਾ ਬਣਵਾਉਣਾ ਸੀ ਤੇ ਮੁੜ ਬਰਚੀ ਖਾਨਾ ਤੇ ਬਣ ਕੋ ਨਾ ਆਇਆ अच्छा ਤੇ ਮੈਂ ਆਖਿਆ ਚਲੋ ਇਹਨਾਂ ਨੂੰ ਮੁੜੇ ਐਸੇ ਕੰਮ 'ਚ ਹੀ ਲਾ ਲਈਏ अच्छा ਸ਼ੌਕ ਕਰ ਲਈਏ अच्छा कितनी एक सन उस टाइम तुसा रखियां ਇਹ ਜੀ ਮੇਰੇ ਕੋਲ ਉਹਦੀ ਮੁਰਗੀ ਆਂਦੀ ਹੈ ਨਾ 1.5 ਪੌਣੇ 200 ਮੁਰਗੀ ਸੀ अच्छा ਤੇ ਇਹ ਹੈਗੇ ਵੇ ਅੰਡੇ ਨਾ ਕੋਲ ਜਿਹੜੇ ਨਾ ਦੇਸੀ ਸਰਦੀਆਂ ਸਾਰੀਆਂ ਖਾਦੇ ਨੇ अच्छा ਆਪੀ ਵੀ ਖਾਦੇ ਨੇ ਯਾਰਾਂ ਦੋਸਤਿਆਂ ਨੂੰ ਵੀ। ਜਿਹੜੇ ਕੋ ਅਜ਼ਾਫੀ ਹੁੰਦੇ ਹਨ ਉਹ ਸੇਲ ਵੀ ਕਰ ਛੱਡਦੇ sale ਹੀ ਹਨ। ਕਰ ਉਹਨਾਂ ਦਾ ਇਹ ਸੀ ਕਿ ਜਿਹੜਾ ਇਹਨਾਂ ਦਾ ਆਪਣਾ ਖਰਚਾ ਹੁੰਦਾ ਸੀ ਨਾ ਉਹ ਨਿਕਲ ਜਾਂਦਾ ਸੀ। अच्छा ਖੁਰਾਕ ਵਗੈਰਾ ਜਿਹੜੀ ਇਹਨਾਂ ਨੂੰ ਪੈਂਦੀ ਸੀ ਨਾ ਮੈਡੀਸਨ ਉਹ ਇਹਨਾਂ ਦਾ ਖਰਚਾ ਨਿਕਲ ਜਾਂਦਾ ਸੀ। ਸਾਨੂੰ ਇਹ ਵੀ ਜਿਹੜਾ ਘਰ ਖਾਣ ਨੂੰ ਹੁੰਦੇ ਹਨ ਉਹ ਅਜ਼ਾਫੀ ਹੁੰਦੇ ਹਨ। अगर कोई दोस्त वैसे कमर्शियल रखना चाहे तो उसका तो फिर जाहिर गल है उसका कोई नहीं दोस्त ਕਮਰਸ਼ੀਅਲ ਤਰੀਕੇ ਨਾਲ ਇਹਨੂੰ ਰੱਖਣਾ ਹੈ ਨਾ ਤੇ ਸਾਰਿਆਂ ਤੋਂ ਆਸਾਨ ਤਰੀਕਾ ਇਹ ਵੇ ਕਿ ਛੋਟਾ ਜਿਹਾ ਸ਼ੈੱਡ ਬਣਾਓ। ਜੇ ਸ਼ੈੱਡ ਨਹੀਂ ਵੀ ਬਣਦਾ ਇਹ ਕਮਰਾ ਟੈਪ ਹੀ ਹੋ ਜੇ ਤੇ ਬਾਹਰ ਜਾਲੀ ਜੀ ਲਾ ਕੇ ਖੁੱਲੀਆਂ ਛੋੜੋ। ਇਹਨੂੰ ਜਾਨਵਰ ਨੂੰ ਜਿੰਨਾ ਕੁ ਖੁੱਲਾ ਛੋੜੋਗੇ ਨਾ ਉਹਨੇ ਅੰਡਿਆਂ ਦੀ ਦਾਤ ਸਿਹਤਮੰਦ ਰਹਿਣ ਦੇ। कितने दी आईयां सन देसी 150 जेडी मुर्गी है ਇਹ ਮੈਂ ਜੀ 150 ਮੁਰਗੀ ਜਿਹੜੀ ਨਾ ਉਦੋਂ 350 ਰੁਪਏ ਕੇਜੀ ਲਈ ਸੀ ਤੇ ਤਕਰੀਬਨ 16,000 ਰੁਪਏ ਦੀਆਂ ਆਈਆਂ ਹਨ। 16000 रुपए 16,000 ਰੁਪਏ ਦੀਆਂ ਉਦੋਂ ਆਈਆਂ ਸਨ। ਤੇ ਵੈਕਸੀਨ ਜਿਹੜੀ ਉਹ ਕਿਤਨੀ ਕਰਵਾਣੀ ਪਈ ਇਹਨਾਂ ਨੂੰ। ਵੈਕਸੀਨ ਮੈਂ ਜਦੋਂ ਸਟਾਰਟਿੰਗ ਤੇ ਪਿੱਛੋਂ ਫਾਰਮਾਂ ਦੇ ਵਿੱਚੋਂ ਵੈਕਸੀਨ ਹੋਈ ਸੀ ਬਾਕੀ ਜਿਹੜੀ ਹੈ ਅਸੀਂ ਵੈਕਸੀਨ ਇੱਥੇ ਪਾਣੀ ਦੇ ਵਿੱਚ ਹੀ ਪਾ ਕੇ ਸਾਰੀ ਆਪ ਹੀ ਨਾ ਡਾਕਟਰ ਕੋਲ ਲਿਆ ਕੇ ਕਰਦੇ ਰਹੇ ਹਾਂ। ਅੱਛਾ ਸਾਡੀ ਰੂਟੀਨ ਇਹ ਰਹੀ ਹੈ ਕਿ ਅਸੀਂ ਇਹਨਾਂ ਨਾਲ ਜਿੰਨਾ ਚਿਰ ਆ ਪਾਣੀ ਦੇ ਵਿੱਚ ਬਰੂਫਨ ਸਿਰਪ ਜਿਹੜਾ ਨਾ ਬੁਖਾਰ ਵਾਲਾ ਦਿੱਤੀ ਰੱਖਿਆ। ਅੱਛਾ ਉਹ ਨਹੀਂ ਛੋੜਿਆ ਨਹੀਂ ਉਹ ਜਿਹੜਾ ਨਾ ਪ੍ਰੋਪਰ ਸੁਬਹ ਪਾਣੀ ਪਾਇਆ ਤੇ 2 ਢੱਕਣ ਵਿੱਚ ਮਿਲਾ ਦਿੱਤੇ ਨੇ ਮੁਲਾਜ਼ਮ ਨੇ। ਅੱਛਾ ਸ਼ਾਮੀ ਪਾਣੀ ਪਾਇਆ ਤੇ ਫਿਰ 2 ਢੱਕਣ ਪਾ ਦਿੱਤੇ ਨੇ। ਉਹਦੇ ਨਾਲ ਇਹ ਹੋਇਆ ਕਿ ਸਾਡੀ ਜਿਹੜੀ ਨਾ ਮੋਰਟੈਲਿਟੀ ਮਰਨ ਦੀ ਜਿਹੜੀ ਇਹਨਾਂ ਤਾਦਾਦ ਬਹੁਤ ਹੀ ਕਮ ਰਹੀ ਹੈ। ਅੱਛਾ ਇਤਨੇ ਜ਼ਿਆਦਾ ਨਹੀਂ ਹੋਈ ਕੋਈ ਨਹੀਂ। ਮੈਂ ਤਾਂ ਸਟਾਰਟਿੰਗ ਤੇ ਆਇਆ ਕੋ 15-16 ਜਾਨਵਰ ਜਾਂ 20 ਕਰ ਲੋ ਇੰਨੇ ਕੋਈ ਜਾਨਵਰ ਮਰੇ ਹੋਣ ਦੇ। ਇਹ ਤਾਂ ਬੜੀ ਪਤੇ ਦੀ ਗੱਲ ਦੱਸੀ ਕਿਉਂਕਿ ਦੇਸੀ ਮੁਰਗੀਆਂ ਦਾ ਇਹ ਸਭ ਤੋਂ ਜ਼ਿਆਦਾ ਜਿਹੜਾ ਹੈ ਮੁਰਗੀ ਰੱਖਣ ਦਾ ਹੀ ਮਸਲਾ ਹੀ ਹੈ। ਮੈਂ ਤੁਹਾਨੂੰ ਇਹ ਦੱਸਾਂ ਨਾ ਮੈਂ ਪਹਿਲੇ ਮੁਰਗੀ ਫਾਰਮਿੰਗ ਕਰਦਾ ਰਿਹਾ ਬਰੈਲਰ ਦੀ। ਅੱਛਾ ਪਹਿਲੇ ਕਰਦੇ ਹਾਂਜੀ ਕਰਦੇ ਰਹੇ। ਕੋਈ ਤਜਰਬਾ ਮੇਰਾ ਉਹ ਵੀ ਹੈ ਸੀ। ਉਹਦੇ ਵਿੱਚ ਸਿਰਪ ਸੂਰਪ ਅਸੀਂ ਪਾਣੀਆਂ ਦੇ ਵਿੱਚ ਪਾਉਂਦੇ ਰਹੇ ਤੇ ਇਹਨਾਂ ਨੂੰ ਬੁਖਾਰ ਦੀ ਵਜ੍ਹਾ ਤੋਂ ਸਾਰੇ ਮਸਲੇ ਮਸਾਲੇ ਹੁੰਦੇ ਨੇ। ਜੇ ਉਹ ਸਿਰਪ ਬਰੂਫਨ ਦਾ ਇਹਨਾਂ ਨੂੰ ਐਡ ਕਰ ਦਿੱਤਾ ਜਾਏ ਤੇ ਬਿਮਾਰ ਹੁੰਦੇ ਹੀ ਨਹੀਂ। ਤੇ ਫੀਡ ਦੇ ਕੀ ਸੂਰਤ ਹਾਲ ਸੀ? ਫੀਡ ਦੇ ਵਿੱਚ ਮਕਈ ਦਾ ਦਲੀਆ ਕਰਾ ਲਈਦਾ ਸੀ, ਗੰਦਮ ਦਾ ਦਲੀਆ ਕਰਾ ਲਈਦਾ ਸੀ। ਇਹ ਹਾਂਜੀ ਇਹ ਚੀਜ਼ਾਂ ਤੇ ਉਸ ਤੋਂ ਬਾਅਦ ਚਾਰਾ ਵਗੈਰਾ ਕੱਟ ਕੇ ਕੁਛ ਸੁੱਟ ਛੱਡੀਦਾ ਸੀ। ਚਾਰਾ ਹੀ ਸੁੱਟਦੇ? ਹਾਂਜੀ ਉਹ ਇਹ ਚੀਜ਼ਾਂ ਅਸੀਂ ਦਿੰਦੇ ਰਹੇ ਹਾਂ ਬਸ। ਕਿੰਨੇ ਮਹੀਨੇ ਇਹਨਾਂ ਅੰਡੇ ਦਿੱਤੇ? ਆਂਡੇ ਜਿਹੜੇ ਨਾ ਤਕਰੀਬਨ 4 ਕੁ ਮਹੀਨੇ ਆਂਡੇ ਦਿੰਦੀਆਂ ਰਹੀਆਂ ਨੇ। ਇਹ ਵੇਖੋ ਨਾ ਹੁਣ ਵੀ ਆਂਡੇ ਦੇ ਰਹੀਆਂ ਨੇ। ਮੌਜੂਦ ਨੇ ਅੰਡੇ? ਜੀ ਆਂਡੇ ਮੌਜੂਦ ਨੇ, ਹੁਣ ਵੀ ਆਂਡੇ ਦਿੰਦੀਆਂ ਨੇ ਪਈਆਂ। ਅੱਛਾ ਤੇ ਉਹਦਾ ਇਹ ਵੇ ਕਿ ਹੁਣ ਮਿਕਦਾਰ ਆਂਡਿਆਂ ਦੀ ਘੱਟ ਹੈ। ਅਸੀਂ ਇਹਨਾਂ ਨੂੰ ਖੁਰਾਕ ਗਰਮੀਆਂ ਦੇ ਵਿੱਚ ਜਿਹੜਾ ਨਾ ਉਹ ਸਰਦੀਆਂ ਦੇ ਵਿੱਚ ਖੁਰਾਕ ਰੂਟੀਨ ਦੇ ਮੁਤਾਬਕ ਦਿੰਦੇ ਰਹੇ ਹਾਂ। ਬਾਜ਼ਾਰੀ ਵੀ ਵਿੱਚ ਮਿਲਾਉਂਦੇ ਰਹੇ ਹਾਂ ਤਾਂ ਇਹ ਅੰਡੇ ਵਾਲਾ ਪਾਊਡਰ ਮਿਲਦਾ ਉਹ ਮਿਲਾਉਂਦੇ ਰਹੇ ਹਾਂ। ਕਿੰਨੀਆਂ ਮੁਰਗੀਆਂ ਸਨ ਤੇ ਕਿੰਨੇ ਮੁਰਗੇ ਸਨ? ਮੇਰੇ ਕੋਲ
35 ਤੋਂ 40 ਮੁਰਗੇ ਸਨ ਤੇ ਤਕਰੀਬਨ ਕੋਈ 125 ਮੁਰਗੀ ਸੀ। ਅੱਛਾ, ਇਹ ਐਵਰੇਜ ਜਿਤਨੀ ਰੱਖਣੀ ਚਾਹੀਦੀ ਮੁਰਗੇ ਮੁਰਗੀਆਂ ਦੀ? ਹਾਂਜੀ, ਇੰਨੀ ਕੋਈ ਐਵਰੇਜ ਜਿਹੜੀ ਹੈ ਨਾ ਉਹ ਰੱਖਣੀ ਚਾਹੀਦੀ ਹੈ। ਤੇ ਮੁਰਗੇ ਇਹ ਸੀ ਕਿ ਅਸੀਂ ਘਰ ਜ਼ਬਾ ਕਰ ਲੈਂਦੇ ਸਾਂ। ਅੱਛਾ, ਨਾਲ ਨਾਲ ਹੀ? ਹਾਂਜੀ, ਨਾਲ ਕੁਝ ਅੰਡੇ ਵਾਸਤੇ ਮੁਰਗੀਆਂ ਦੇ ਵਿੱਚ ਛੱਡ ਦਿੱਤੇ ਹਨ ਆਪਣੀ ਬਾਹਰੋਂ। ਅੰਸਰ ਭਾਈ, ਇਹ ਅੰਡੇ ਕਿਤਨੀ ਦਿੰਦੀ ਸੀ? 125 ਮੁਰਗੀ ਦੇ ਵਿੱਚ ਡੇਲੀ ਦਾ ਕਿਤਨਾ ਅੰਡਾ ਹੁੰਦਾ ਸੀ? ਡੇਲੀ ਦੇ ਵਿੱਚ 125 ਮੁਰਗੀ ਜਿਹੜੀ ਅੰਡਾ ਜਿਹੜੀ ਹੈ ਨਾ ਉਹ ਸਟਾਰਟਿੰਗ ਤੇ 70-75 ਦਿੰਦੀ ਰਹੀ ਹੈ, ਫਿਰ ਥੋੜੀ ਜਿਹੀ ਡਾਊਨ ਹੁੰਦੀ ਰਹੀ ਹੈ। ਅੱਛਾ, ਫਿਰ ਘਟਣ ਲੱਗ ਹਾਂਜੀ, ਫਿਰ ਘਟਣ। ਸਰਦੀਆਂ ਦੇ ਵਿੱਚ ਤੁਹਾਨੂੰ ਪਤਾ ਅੰਡਾ ਜਿਹੜਾ ਨਾ ਲੈਣਾ ਜ਼ਰਾ ਮੁਸ਼ਕਲ ਹੁੰਦਾ ਇਹਨਾਂ ਕੋਲ। ਕਿਤਨੇ ਮਹੀਨੇ ਬਾਅਦ ਇਹਨਾਂ ਅੰਡਾ ਦੇਣਾ ਸ਼ੁਰੂ ਕੀਤਾ ਸੀ? ਤਕਰੀਬਨ ਮੈਂ 2 ਕੁ ਜਿਹੜੇ ਇਹਨਾਂ ਰੱਖੀਆਂ ਨੇ, 2-2.5 ਮਾਹ ਰੱਖੇ। ਉਦੋਂ ਚੂਚੀਆਂ ਛੋਟੀਆਂ ਚੂਚੀਆਂ ਹਨ। ਅੱਛਾ, ਕੋਈ ਪਾਈਆ 3 ਪਾ। ਅੱਛਾ, 2-2.5 ਮਹੀਨੇ ਬਾਅਦ ਸ਼ੁਰੂ ਹੋ ਗਈ? 2-2.5 ਮਹੀਨੇ ਬਾਅਦ ਇਹਨਾਂ ਪ੍ਰੋਪਰ ਅੰਡਾ ਦੇਣਾ। ਕਿਹੜੇ ਮਹੀਨੇ ਸ਼ੁਰੂ ਰੱਖੀਆਂ ਸਨ ਤੁਸੀਂ? ਇਹ ਸਮਝੋ ਕਿ ਮੈਂ ਜਿਹੜੇ ਨਾ ਇਹ ਰੱਖੀਆਂ ਸਨ 9ਵੇਂ-10ਵੇਂ ਮਹੀਨੇ ਜਿਹੜਾ ਨਾ ਮੈਂ। ਅੱਛਾ, ਤੁਸੀਂ ਲੈ ਇਹ ਰੱਖੀਆਂ ਹਨ। ਅੱਛਾ, 9ਵੇਂ ਮਹੀਨੇ ਸਤੰਬਰ ਇਹ ਤੁਸੀਂ ਰੱਖ ਲਈਏ? ਹਾਂਜੀ ਜੀ। ਤੇ ਫੁੱਲ ਸਰਦੀ ਦੇ ਵਿੱਚ ਨਾ ਫੁੱਲ ਅੰਡਾ ਦੇਣਾ ਸ਼ੁਰੂ ਕਰ ਦਿੱਤਾ ਸੀ। ਅੱਛਾ, ਸਰਦੀ ਦੇ ਵਿੱਚ ਫਿਰ ਅੰਡਿਆਂ ਵਾਸਤੇ ਕਿਹੜੀ ਨਾਲ ਮੈਡੀਸਨ ਦਿੱਤੀ ਸੀ? ਅੰਡਿਆਂ ਵਾਸਤੇ ਅਸੀਂ ਸਿਰਫ ਪਾਊਡਰ ਬਾਜ਼ਾਰ ਤੋਂ ਮਿਲਦਾ, ਉਹ ਪਾਊਡਰ ਵਿੱਚ ਪਾਉਂਦੇ ਰਹੇ ਇਹਨਾਂ ਦੀ ਖੁਰਾਕ ਦੇ ਵਿੱਚ, ਉਹ ਹੀ ਦਿੰਦੇ ਰਹੇ ਬਸ। ਅੰਡੇ ਤਾਂ ਹੁਣ ਵੀ ਦਿੰਦੀਆਂ ਹੋਣੀਆਂ ਨੇ? ਅੰਡੇ ਹੁਣ ਦਿੰਦੀਆਂ ਨੇ ਪਰ ਮਿਕਦਾਰ। ਕੰਜ਼ੰਪਸ਼ਨ ਅੰਡੇ ਦੀ ਵੀ ਵੈਸੇ ਹੀ ਮਾਰਕੀਟ ਵਿੱਚ ਹੀ ਘਟ ਗਈ? ਨਹੀਂ, ਹੁਣ ਤੇ ਅੰਡਾ ਨਾ ਹੋਣ ਦੇ, ਪਰ ਹੁਣ ਤੇ ਘਰ ਦੀ ਜ਼ਰੂਰਤ ਵਾਸਤੇ ਹੀ ਹੁੰਦਾ। ਤੇ ਉਸ ਟਾਈਮ ਅੰਡੇ ਦਾ ਕੀ ਰੇਟ ਨਿਕਲਿਆ? ਉਦੋਂ ਅੰਡੇ ਦਾ ਅਸੀਂ ਰੇਟ ਜਿਹੜਾ ਅਸੀਂ 20 ਰੁਪਏ ਦਾ ਅੰਡਾ ਸੇਲ ਕਰਦੇ ਰਹੇ ਹਾਂ। ਅੱਛਾ, 20 ਰੁਪਏ? ਹਾਂਜੀ। ਅੱਛਾ, 20 ਰੁਪਏ ਦਾ ਹੋਏ ਤੇ ਰੋਜ਼ ਦਾ 70 ਅੰਡਾ ਹੀ ਹੋਏ? ਹਾਂਜੀ। ਉਹ 7 ਦੁਣੇ 1400 ਰੁਪਏ ਦਾ ਅੰਡਾ? 1400 ਰੁਪਏ ਦਾ ਅੰਡਾ। ਉਹ ਵਿੱਚੋਂ 500-700 ਦੀ ਖੁਰਾਕ ਖਾ ਜਾਂਦੀਆਂ। 125 ਮੁਰਗੀ ਦੇ ਵਿੱਚ 1400 ਦਾ ਅੰਡਾ ਹੋਏ, 500 ਦੀ ਖੁਰਾਕ ਖਾ ਜੀ ਖਾ ਜਾਂਦੀਆਂ। ਅੱਛਾ, ਮਸਲਨ ਤੁਸੀਂ 900 ਰੁਪਈਆ ਜੀ ਉਹ ਤੁਹਾਨੂੰ ਬਚਦਾ ਰਹਿ ਗਿਆ। ਇਹ ਇਤਨੀ ਇੱਕ ਜਗ੍ਹਾ ਤੇ? ਹਾਂਜੀ, ਇੰਨੀ ਕੋਈ 2 ਗਾਰਡਰਾਂ ਦਾ ਕਮਰਾ ਛੋਟਾ ਜਿਹਾ। ਇਹ ਤਾਂ ਖਾਨ ਸਾਹਿਬ ਨੇ ਬੜੀ ਕੰਪੇਨ ਕੀਤੀ ਸੀ, ਮਜ਼ਾਕ ਬਣਾਇਆ ਗਿਆ ਜੀ ਮੁਰਗੀਆਂ ਰੱਖੋ। ਤੇ ਮੇਰੇ ਖਿਆਲ ਵਿੱਚ ਇੱਕ ਜਿਹੜਾ ਗਰੀਬ ਬੰਦਾ ਹੈ, ਥੋੜੀ ਜਿਹੀ ਇਨਵੈਸਟਮੈਂਟ ਵਾਲਾ, ਜੀ 30-40 ਰੁਪਇਆ ਜੇ 25,000 ਕਰ ਸਕਦਾ ਹੈ ਜੀ, ਉਹਨੂੰ ਅਗਰ ਰੋਜ਼ ਦਾ 900 ਰੁਪਇਆ ਮਿਲੇ ਘਰ ਬੈ ਕੇ, ਉਸ ਨੂੰ ਮਸਲਾ ਹੀ ਕੋਈ ਨਹੀਂ। ਕੋਈ ਮਸਲਾ ਹੀ ਨਹੀਂ। ਇਹ ਤਾਂ ਉਸਦਾ ਘਰ ਚਲਾਉਣ ਵਾਲਾ ਕੰਮ। ਹਾਂਜੀ, ਘਰ ਦਾ। ਕੀ ਖਿਆਲ ਹੈ ਜੀ ਬਿਲਕੁਲ। ਇਹਨੂੰ ਪ੍ਰੋਪਰ ਤਰੀਕੇ ਨਾਲ ਕਰੋ ਤੇ ਇੱਕ ਮੁਨਾਫਾ ਬਖਸ਼ ਕਾਰੋਬਾਰ ਹੈ, ਕਰਨਾ ਚਾਹੀਦਾ ਜੀ। ਇਸ ਦਾ ਅਗਰ ਉਹਨਾਂ 150 ਹੈ ਜੀ, ਅਗਰ ਇਸ ਨੂੰ ਤੁਸੀਂ 300 ਤੇ ਲੈ ਕੇ ਜਾਓਗੇ ਤੇ ਉਹ 1800 ਰੁਪਇਆ ਬਚੇਗਾ ਡੇਲੀ ਦਾ। ਬਿਲਕੁਲ। ਇਸ ਦਾ ਰਿਸਕ ਕੀ ਹੁੰਦਾ ਹੈ? ਉਹ ਰਿਸਕ ਜਿਹੜਾ ਤੁਸੀਂ ਉਸ ਨੂੰ ਅੱਗੇ ਥੋੜਾ ਜਿਹਾ ਕਰ ਵੀ ਦਿੱਤਾ ਹੈ, ਮਰਨ ਵਾਲਾ ਤੁਸੀਂ ਕਹਿ ਰਹੇ ਹੋ ਜਿਹੜਾ ਨਾ, ਉਹ ਜ਼ਿਆਦਾ ਮੈਂ ਕਹਿੰਦਾ ਇਹਦਾ ਇਹ ਹੁੰਦਾ ਕਿ ਇਹਨੂੰ ਪ੍ਰੋਪਰ ਤਰੀਕੇ ਨਾਲ ਸਪਰੇਅ ਹਫਤੇ 'ਚ ਇੱਕ ਵਾਰੀ ਹੋ ਜੇ ਜਾਂ 15 ਦਿਨ ਬਾਅਦ ਕਮਰੇ ਵਿੱਚ ਸਪਰੇਅ ਹੋ ਜੇ। ਕਿਹੜੀ ਸਪਰੇਅ ਕਰਦੇ? ਸਪਰੇਅ ਕੋਈ ਵੀ ਜਿਹੜੀ ਨਾ ਮਤਲਬ ਇਹ ਸਮਝੋ ਕੋਈ ਜਰਾਸੀਮ ਕੋਈ ਵੀ ਸਪਰੇਅ ਮਿਲਦੀ ਬਾਜ਼ਾਰ ਤੋਂ, ਉਹ ਤੁਸੀਂ ਕਰੋ ਇਹਨਾਂ ਨੂੰ। ਅੱਛਾ, ਹਾਂ। ਬਰਤਨ ਇਹਨਾਂ ਦੇ ਹਰ ਟਾਈਮ ਜਿਹੜੇ ਨਾ ਉਹ ਪਾਣੀ ਜ਼ਰੂਰ ਭਰਨਾ, ਸਾਫ਼ ਹੋਣੇ ਚਾਹੀਦੇ ਨੇ, ਸਰਫ ਨਾ ਧੋ ਕੇ ਜਰਾਸੀਮ ਕੁਛ ਦਵਾਈ ਲਾ ਕੇ ਇਹਨੂੰ ਸਾਫ਼ ਪਾਣੀ ਨਾਲ ਭਰਨੇ ਚਾਹੀਦੇ। ਇੰਨੀ ਕੋ ਕੇਅਰ ਹੋਣੀ ਚਾਹੀਦੀ ਤੇ ਇਨਸ਼ਾਅੱਲਾ ਤਾਲਾ ਮਰਦੀਆਂ ਹੀ ਨਹੀਂ। ਬਾਕੀ ਬਰੂਫਨ ਦਾ ਸਿਰਪ ਪਾਣੀ ਦੇ ਵਿੱਚ ਪਾ ਛੜੋ ਬਸ, ਰੂਟੀਨ ਨਾਲ ਰੋਜ਼। ਅੰਸਰ ਭਾਈ ਬਹੁਤ ਸ਼ੁਕਰੀਆ ਕਿ ਤੁਸੀਂ ਇਤਨੀ ਜ਼ਬਰਦਸਤ ਆਪਣੀਆਂ ਮਾਲੂਮਾਤ ਦਿੱਤੀਆਂ। ਤੇ ਆਪਣਾ ਫੋਨ ਨੰਬਰ ਦੋਸਤਾਂ ਨਾਲ ਸ਼ੇਅਰ ਕਰ ਦਿਓ ਤਾਂ ਕਿ ਦੋਸਤ ਤੁਹਾਡੇ ਨਾਲ ਕੋਈ 0345 82 13 113। ਅਗਰ ਕੋਈ ਸਾਡਾ ਦੋਸਤ ਜਿਹੜਾ ਅੰਸਰ ਭਾਈ ਕੋਲ ਮਾਲੂਮਾਤ ਲੈਣਾ ਚਾਹੁੰਦਾ ਹੈ, ਬੜੇ ਸਵੀਟ ਬੰਦੇ ਨੇ, ਤੁਸੀਂ ਇਨਸ਼ਾਅੱਲਾ ਤੁਹਾਨੂੰ ਪ੍ਰੋਪਰ ਇਨਫੋਰਮੇਸ਼ਨ ਮਿਲਣਗੀਆਂ। ਤੇ ਉਮੀਦ ਕਰਦੇ ਹਾਂ ਕਿ ਸਾਡੇ ਉਹਨਾਂ ਦੋਸਤਾਂ ਨੂੰ ਸਾਰੇ ਸਵਾਲਾਂ ਦਾ ਜਵਾਬ ਮਿਲ ਗਿਆ ਹੋਣਾ ਜਿਹੜੇ ਅਕਸਰ ਪੁੱਛਦੇ ਨੇ ਵੀ ਮੁਰਗੀ ਦਾ ਕੰਮ ਕਿਸ ਤਰ੍ਹਾਂ ਹੋ ਸਕਦਾ ਹੈ, 100-150 ਮੁਰਗੀ ਕਿਸ ਤਰ੍ਹਾਂ, ਉਸ ਦਾ ਕੀ ਸਾਰਾ ਖਰਚਾ ਕੀ ਹੈ ਤੇ ਆਮਦਨ ਕੀ ਹੈ ਜੀ। ਉਮੀਦ ਹੈ ਸਾਡੀ ਵੀਡੀਓ ਤੁਹਾਨੂੰ ਪਸੰਦ ਆਏਗੀ। ਬਹੁਤ ਸ਼ੁਕਰੀਆ। अस्सलाम वालेकुम। पाकिस्तान जिंदाबाद।